विकास नहीं होया। भाई साहब 8 साल ਦੇ ਤੁਸੀਂ ਵੀ ਬਰਾਬਰ ਦੇ ਹੱਕਦਾਰ ਸੀ। ਐਮਪੀ ਕੋਲ ਤਾਂ 5 ਕਰੋੜ ਰੁਪਇਆ 92 ਸਾਲ ਦਾ ਆਉਂਦਾ, ਤਦ ਵਿਕਾਸ ਨਾ ਕਰਾਇਆ ਗਿਆ। ਅੱਜ ਵੋਟਾਂ ਲੈਣ ਲਈ ਹੁਣ ਆ ਗੱਲਾਂ ਯਾਦ ਆਉਂਦੀਆਂ ਨੇ। ਅੱਜ ਅਰਵਿੰਦ ਕੇਜਰੀਵਾਲ ਖੁਦ ਧੂਰੀ ਦੇ ਵਿੱਚ ਪਹੁੰਚੇ ਹੋਏ ਨੇ। ਲੱਗਦਾ ਕਿ ਇਹ ਚੀਜ਼ ਦਾ ਇੱਕ ਫੈਕਟਰ ਦਾ ਫਰਕ ਪੈ ਰਿਹਾ ਕੋਈ? ਇੱਥੇ ਦੀਆਂ ਜੀਰੀਆਂ ਜਾਂ ਇੱਥੇ ਦੀ ਕਣਕ ਨੂੰ ਜਦ ਪਰਾਲੀ ਨੂੰ ਅੱਗ ਲੱਗਦੀ ਹੈ, ਧੂਆਂ ਉੱਥੇ ਹੁੰਦਾ। ਸਾਡੀ ਤਾਂ ਪਰਾਲੀ ਚੁਗਦੀ ਹੈ, ਫਿਰ ਇੱਥੇ ਵੋਟਾਂ ਲੈਣ ਕੇ ਆਉਂਦੇ ਨੇ। ਦਿੱਲੀ ਦੇ ਵਿੱਚ ਅਸੀਂ ਵਿਕਾਸ ਬੜਾ ਕਰਾਇਆ, ਕਹਿੰਦੇ ਪੰਜਾਬ 'ਚ ਵੀ ਉਹੀ ਵਿਕਾਸ ਕਰਾਉਣ ਲਈ ਕਹਿੰਦੇ ਅਸੀਂ ਆਏ ਹਾਂ। ਠੇਕੇ ਪਹਿਲਾਂ ਤਾਂ ਦਾਰੂ ਲੈਂਦੇ ਸੀ 24 ਸਾਲ ਦੇ, ਹੁਣ 21 ਸਾਲਾਂ ਦੇ ਬੱਚੇ ਐਲੀਜੀਬਲ ਕਰਤੇ। ਕਿਆ ਵਿਕਾਸ ਹੈ ਵੀਰੇ। ਤੁਸੀਂ ਭਗਵੰਤ ਹੋਣਾ ਦਾ ਫਿਊਚਰ ਕੀ ਦੇਖਦੇ ਹੋ? ਨਾ ਉਹਨਾਂ ਦੀ ਪਾਰਟੀ ਦਾ ਫਿਊਚਰ ਹੈ, ਨਾ ਉਹਨਾਂ ਦਾ ਫਿਊਚਰ ਹੈ। ਉਹਨਾਂ ਨਾਲ ਤਾਂ ਉਹਨਾਂ ਦੇ ਵਾਲੀ ਗੇਮ ਲਾ ਗਏ। ਕਈ ਵਾਰੀ ਚੈਲੰਜ ਕੀਤਾ ਤੁਸੀਂ ਵੀ ਕਿ ਵਿਕਾਸ ਦੇ ਕੰਮਾਂ ਨੂੰ ਲੈ ਕੇ ਡਿਬੇਟ ਕਰ ਲਓ, ਕਦੇ ਡਿਬੇਟ ਕਬੂਲੀ ਨਹੀਂ ਹੈ। ਤਾਂ ਦਿੱਲੀ ਮਾਡਲ, ਦਿੱਲੀ ਮਾਡਲ, ਦਿੱਲੀ ਮਾਡਲ, ਦਿੱਲੀ ਮਾਡਲ। ਸੰਗਰੂਰ ਦੇ ਐਮਪੀ ਸੀ, ਸੰਗਰੂਰ ਮਾਡਲ ਕਿਉਂ ਨਹੀਂ ਬਣਾਇਆ ਗਿਆ 8 ਸਾਲਾਂ ਤੋਂ? 8 ਸਾਲ ਛੋਟੇ ਟਾਈਮ ਹੁੰਦਾ। ਵਿਧਾਨ ਸਭਾ ਹਲਕਾ ਧੂਰੀ ਦੀ ਸੀਟ ਦੇ ਉੱਪਰ ਇਸ ਸਮੇਂ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ, ਕਿਉਂਕਿ ਪੰਜਾਬ ਦੀਆਂ ਹੋਰ ਸੀਟਾਂ ਦੇ ਵਿੱਚੋਂ ਧੂਰੀ ਇੱਕ ਹੋਰ ਸੀਟ ਬਣ ਚੁੱਕੀ ਹੈ, ਜਿੱਥੇ ਭਗਵੰਤ ਮਾਨ ਹੋਣਾ ਨੂੰ ਮੁਕਾਬਲਾ ਦੇਣ ਦੇ ਲਈ ਦਲਵੀਰ ਗੋਲਡੀ ਮੁਕਾਬਲੇ ਦੇ ਵਿੱਚ ਨੇ, ਲਗਾਤਾਰ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ। ਜਿੱਥੇ ਦਲਵੀਰ ਗੋਲਡੀ ਪ੍ਰਚਾਰ ਕਰ ਰਹੇ ਨੇ, ਉੱਥੇ ਹੀ ਉਹਨਾਂ ਦੀ ਵਾਈਫ ਹੋਣਾ ਨੇ ਵੀ ਦਿਨ ਰਾਤ ਇੱਕ ਕੀਤੀ ਹੋਈ ਹੈ। ਗੋਲਡੀ ਦੀ ਜਿੱਤ ਦਾ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਹੈ। ਦਲਵੀਰ ਗੋਲਡੀ ਹੋਣਾ ਦੀ ਪਤਨੀ ਮੇਰੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਮੈਮ ਪਹਿਲਾਂ ਤਾਂ ਸਵਾਗਤ ਬਹੁਤ-ਬਹੁਤ। ਥੈਂਕ ਯੂ ਛੋਟੇ ਵੀਰ, ਥੈਂਕ ਯੂ ਜੀ। ਕਿਵੇਂ ਨਜ਼ਰ ਆ ਰਿਹਾ ਹੈ ਭਗਵੰਤ ਮਾਨ ਹੋਣਾ ਨੂੰ ਇਸ ਵਾਰ ਟੱਕਰ ਦੇ ਰਹੇ ਹੋ? ਲਗਾਤਾਰ ਤੁਸੀਂ ਵੀ ਪ੍ਰਚਾਰ 'ਚ ਜਾ ਰਹੇ ਹੋ, 4-5 ਦਿਨ ਦਾ ਸਮਾਂ ਰਹਿ ਗਿਆ, ਕਿੱਥੇ ਕੁ ਦੇਖ ਰਹੇ ਹੋ ਸਥਿਤੀ? ਵੀਰੇ ਜੋ ਪਹਿਲੇ ਦਿਨ ਸੀ ਜਿੱਤ ਯਕੀਨੀ ਹੈ, ਐਲਾਨ ਹੋਣਾ ਬਾਕੀ ਹੈ ਜੀ। ਅੱਛਾ, ਮੁਕਾਬਲਾ ਕੋਈ ਸਖਤ ਲੱਗਦਾ ਕਿਉਂਕਿ ਭਗਵੰਤ ਮਾਨ ਇੱਕ ਫੇਸ ਹੈਗੇ ਨੇ, ਸੀਐਮ ਦਾ ਉਮੀਦਵਾਰ ਬਣਿਆ, ਲੱਗਦਾ ਕਿ ਫਾਈਟ ਟਫ ਹੈਗੀ ਥੋੜੀ? ਵੀਰੇ ਫਾਈਟ ਟਫ ਹੁੰਦੀ ਜੇ ਉਹ ਸਾਡੇ ਪਰਿਵਾਰ ਦਾ ਹਿੱਸਾ ਹੁੰਦੇ, ਧੂਰੀ ਪਰਿਵਾਰ ਦਾ ਹਿੱਸਾ ਹੁੰਦੇ। ਸਾਡਾ ਪਰਿਵਾਰ ਹੈ, ਬਾਹਰਲਾ ਸਾਡੇ ਪਰਿਵਾਰ ਚ ਆ ਰਿਹਾ। ਹਾਲਾਂਕਿ ਸਾਡੇ ਪਰਿਵਾਰ ਨੇ ਭਗਵੰਤ ਮਾਨ ਜੀ ਨੂੰ ਵੀ 2 ਵਾਰ ਬਹੁਤ ਸਤਿਕਾਰ ਦਿੱਤਾ, 2 ਵਾਰ ਬਹੁਤ ਜ਼ਿਆਦਾ ਲੀਡ ਤੋਂ ਧੂਰੀ ਤੋਂ ਉਹਨਾਂ ਨੂੰ ਵੋਟਾਂ ਪਈਆਂ, ਪਰ ਉਹਨਾਂ ਨੇ ਮੁੱਲ ਨਾ ਮੋੜਿਆ, ਨਾ ਕਦੇ ਦੁੱਖ ਸੁੱਖ ਚ ਪਹੁੰਚੇ। ਵੀਰੇ 8 ਸਾਲਾਂ ਚ ਛੋਟੇ ਵੀਰ 8 ਸਾਲਾਂ ਚ ਕਦੇ ਸਿਰਫ 2 ਵਾਰ ਵੋਟਾਂ ਲੈਣ ਆਏ ਨੇ, ਮੁੜ ਕੇ ਉਹ ਕਦੇ ਨਹੀਂ ਆਏ। ਕੋਈ ਭੋਗ ਤੇ, ਕੋਈ ਵਿਆਹ ਸ਼ਾਦੀ ਤੇ, ਕੋਈ ਕਿਸੇ ਬੱਚੇ ਨੂੰ ਆਸ਼ੀਰਵਾਦ ਦੇਣ ਕਦੇ ਨਹੀਂ ਪਹੁੰਚੇ। ਚਲੋ ਇਹ ਤਾਂ ਸੋਸ਼ਲ ਕੰਮ ਨੇ। ਜੇ ਤੁਹਾਨੂੰ ਲੀਡ ਕਰਨ ਨੂੰ ਬਣਾਇਆ, ਡਿਵੈਲਪਮੈਂਟ ਕਰਨ ਨੂੰ ਬਣਾਇਆ, ਕਦੇ ਇੱਕ ਵੀ ਇਨੋਗ੍ਰੇਸ਼ਨ ਭਗਵੰਤ ਮਾਨ ਨੇ ਨਾ ਕੀਤੀ। ਤਾਂ ਸਾਡੇ ਪਰਿਵਾਰ ਨੇ ਤਾਂ ਬਹੁਤ ਸਤਿਕਾਰ ਦਿੱਤਾ ਸੀ, ਪਰ ਉਹਨਾਂ ਤੋਂ ਸਾਡੇ ਪਰਿਵਾਰ ਦਾ ਸਤਿਕਾਰ ਸਾਂਭਿਆ ਹੀ ਨਹੀਂ ਗਿਆ, ਧੂਰੀ ਪਰਿਵਾਰ ਦਾ। ਭਗਵੰਤ ਮਾਨ ਕਹਿੰਦੇ ਨੇ ਕਿ ਵਿਕਾਸ ਨਹੀਂ ਹੋਇਆ, ਕਹਿੰਦੇ ਹਲਕੇ ਦੇ ਵਿੱਚ। ਤੁਸੀਂ ਜਦੋਂ ਹਲਕੇ ਦੇ ਵਿੱਚ ਵਿਚਰਦੇ ਹੋ, ਗੋਲਡੀ ਹੋਣਾ ਦੇ ਕੀਤੇ ਕੰਮਾਂ ਤੇ ਮਾਣ ਹੁੰਦਾ, ਕਿਹੜੇ ਕੰਮਾਂ ਤੇ ਮਾਣ ਹੁੰਦਾ ਕਿ ਫਖਰ ਦੇ ਨਾਲ ਤੁਸੀਂ ਪ੍ਰਚਾਰ ਕਰਨ ਲਈ ਨਿਕਲਦੇ ਹੋ? ਬਿਲਕੁਲ ਬਿਲਕੁਲ ਵੀਰੇ, ਮੈਨੂੰ ਮਾਣ ਹੈ ਮੇਰੇ ਗੁਰੂ ਤੇਗ ਬਹਾਦਰ ਜੀ ਤੇ ਕਿ ਉਹਨਾਂ ਨੇ ਗੋਲਡੀ ਨੂੰ ਨਹੀਂ ਸੁਬੁੱਧੀ ਬਖਸ਼ੀ ਕਿ ਮੈਂ ਜਦ ਵੋਟ ਮੰਗਦੀ ਨਾ ਵੀਰੇ, ਤੁਸੀਂ ਮੈਨੂੰ ਕਈ ਮੇਰੇ ਵੀਰਾਂ ਨੇ ਕਵਰ ਵੀ ਕੀਤਾ, ਮੈਂ ਕਹਿੰਦੀ ਆ ਆਂਟੀ ਬੀਬੀ ਜੀ ਕੰਮ ਦੇ ਆਧਾਰ ਤੇ ਵੋਟ ਮੰਗਦੀ ਆ, ਜਿਹਨੇ ਕੰਮ ਕੀਤਾ ਹੱਕ ਉਹਦਾ, ਦੂਸਰੇ ਦਾ ਹੱਕ ਨਹੀਂ। ਤਾਂ ਅਗਲਾ ਜੱਫੀ ਘੁੱਟ ਕੇ ਪਾਉਂਦਾ ਕਿ ਧੀਏ ਸਾਨੂੰ ਸਭ ਦਿਖਦਾ। ਜੇ ਲੋਕਾਂ ਨੂੰ ਦਿਖ ਰਿਹਾ ਵੀਰੇ, ਜੇ ਲੋਕਾਂ ਨੂੰ ਪਤਾ ਲੱਗ ਰਿਹਾ ਸਾਡੇ ਕੋਲੇ ਕੀ ਹੈ, ਸਾਡੇ ਕੋਲੇ ਲੋਕਾਂ ਦਾ ਪਿਆਰ ਤੇ ਸਾਡੇ ਕੀਤੇ ਕੰਮ। ਤੇ ਰਹੀ ਗੱਲ ਜੇ ਭਗਵੰਤ ਮਾਨ ਇਹ ਕਹਿ ਰਹੇ ਨੇ ਕਿ ਵਿਕਾਸ ਨਹੀਂ ਹੋਇਆ, ਫਿਰ ਭਾਈ ਸਾਹਿਬ 8 ਸਾਲ ਦੇ ਤੁਸੀਂ ਵੀ ਬਰਾਬਰ ਦੇ ਹੱਕਦਾਰ ਸੀ। ਨਾਲੇ ਤੁਸੀਂ ਤਾਂ ਐਮਪੀ ਸੀ, ਐਮਪੀ ਕੋਲ ਤਾਂ 5 ਕਰੋੜ ਰੁਪਇਆ 92 ਸਾਲ ਦਾ ਆਉਂਦਾ, ਤਦ ਵਿਕਾਸ ਨਾ ਕਰਾਇਆ ਗਿਆ। ਅੱਜ ਵੋਟਾਂ ਲੈਣ ਲਈ ਹੁਣ ਆ ਗੱਲਾਂ ਯਾਦ ਆਉਂਦੀਆਂ ਨੇ। ਅੱਛਾ, ਮਾਹੌਲ ਕਿਵੇਂ ਦੇਖ ਰਹੇ ਹੋ ਧੂਰੀ ਦੇ ਵਿੱਚ? ਦਿੱਲੀ ਤੋਂ ਆ ਕੇ ਇੱਥੇ ਪ੍ਰਚਾਰ ਹੋ ਰਿਹਾ ਹੈ। ਅਰਵਿੰਦ ਕੇਜਰੀਵਾਲ ਹੋਣਾ ਦੇ ਵਾਈਫ ਆ ਗਏ, ਉਹਨਾਂ ਦੀ ਬੇਟੀ ਆ ਕੇ ਪ੍ਰਚਾਰ ਕਰਕੇ ਗਏ। ਅੱਜ ਅਰਵਿੰਦ ਕੇਜਰੀਵਾਲ ਖੁਦ ਧੂਰੀ ਦੇ ਵਿੱਚ ਪਹੁੰਚੇ ਹੋਏ ਨੇ। ਲੱਗਦਾ ਕਿ ਇਹ ਚੀਜ਼ ਦਾ ਇੱਕ ਫੈਕਟਰ ਦਾ ਫਰਕ ਪੈ ਰਿਹਾ ਕੋਈ? ਨਹੀਂ ਨਹੀਂ ਵੀਰੇ, ਬਿਲਕੁਲ ਨਹੀਂ। ਪਹਿਲੀ ਗੱਲ ਤਾਂ ਮੇਰਾ ਪਹਿਲਾ ਸਵਾਲ ਅਰਵਿੰਦ ਕੇਜਰੀਵਾਲ ਜੀ ਦੀ ਵਾਈਫ ਨੂੰ। ਦਿੱਲੀ ਕਿੰਨੇ ਕਿਲੋਮੀਟਰ ਹੈ ਵੀਰੇ ਇੱਥੋਂ, ਤੁਸੀਂ ਦੱਸੋ? ਫਿਰ ਵੀ ਹਾਂ ਚਲੋ 300 ਕਿਲੋਮੀਟਰ ਮੰਨਦੇ ਆਪਾਂ। 300 ਕਿਲੋਮੀਟਰ ਅਰਵਿੰਦ ਕੇਜਰੀਵਾਲ ਜੀ ਦੀ ਵਾਈਫ ਇੱਥੇ ਵੋਟਾਂ ਲੈਣ ਆਉਂਦੇ ਆ। ਚਲੋ ਸਾਡਾ ਧੂਰੀ ਆ, ਸਾਡਾ ਪਰਿਵਾਰ ਆ, ਉਹਨਾਂ ਦਾ ਸਵਾਗਤ ਆ। ਪਰ ਜਿਹੜੇ ਧੂਰੀ ਦੇ ਵੋਟਰਾਂ ਨੇ ਉਹਨਾਂ ਨੂੰ ਜਿਤਾਇਆ, ਹੁਣ ਆਪਣੀ ਇੱਕ ਸਿੱਖ ਧੀ ਨਾਲ ਉੱਥੇ ਕਿੰਨੀ ਮੰਦਭਾਗੀ ਘਟਨਾ ਹੋ ਗਈ। ਕੀ ਉਹ ਧੂਰੀ 'ਚ ਉੱਥੇ ਜਾ ਕੇ ਉਹਨਾਂ ਨੇ ਹਾਦਾ ਨਾਰਾ ਮਾਰਿਆ? ਬਾਲਮੀਕੀ ਭਾਈਚਾਰੇ ਦੀ 9 ਸਾਲ ਦੀ ਬੱਚੀ ਸੀ, ਗੈਂਗ ਰੇਪ ਹੋਇਆ ਤੇ ਉਹਨੂੰ ਜ਼ਿੰਦਾ ਜਲਾਤਾ ਸੀ। ਕੀ ਉਹ ਉੱਥੇ ਜਾ ਕੇ ਹਾਦਾ ਨਾਰਾ ਮਾਰ ਕੇ ਆਏ? ਸ਼ਹੀਨ ਬਾਗ ਦੇ ਵਿੱਚ ਆਪਣੀਆਂ ਧੀਆਂ ਨਾਲ ਕੀ ਹੋਇਆ? ਹਾਦਾ ਨਾਰਾ ਮਾਰਿਆ? ਨਹੀਂ ਮਾਰਿਆ। ਉੱਥੇ ਆਂਗਨਵਾੜੀ ਵਰਕਰਾਂ ਨੇ ਉਹਨਾਂ ਦਾ ਘਰ ਘੇਰਿਆ ਹੋਇਆ, ਇੱਕ ਵਾਰ ਵੀ ਬਾਹਰ ਜਾ ਕੇ ਉਹਨਾਂ ਦਾ ਹਾਲ ਚਾਲ ਪੁੱਛਿਆ? ਜਿਹੜੇ ਗੈਸਟ ਟੀਚਰਸ ਨੇ ਉਹਨਾਂ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਘੇਰਿਆ ਹੋਇਆ, ਹਾਲ ਚਾਲ ਪੁੱਛਿਆ? ਫਿਰ ਵੀਰੇ ਆਹ ਚੀਜ਼ਾਂ ਵੋਟਾਂ ਮੰਗਣ ਤਾਂ ਆ ਜਾਂਦੇ ਨੇ। ਰਹੀ ਕੇਜਰੀਵਾਲ ਦੀ ਗੱਲ, ਕੇਜਰੀਵਾਲ ਸਾਹਿਬ ਤੁਸੀਂ ਸੁਣਿਆ ਹੋਣਾ, ਸਭ ਕੁਝ ਅੱਜ ਕੱਲ੍ਹ ਆ ਫੋਨਾਂ ਤੇ ਹੈ। ਕੇਜਰੀਵਾਲ ਸਾਹਿਬ ਪੰਜਾਬ ਆਉਂਦੇ ਨੇ, ਲੈਕਚਰ ਦਿੰਦੇ ਨੇ,
मैंने सुना है कि पंजाब की सूरवीर धरती वो है कि सबसे ज्यादा जब भर्ती होती है तब पंजाब से होती है, जब यूपी जाते हैं बयान झटपट बदल देते हैं। जब मैंने सुना है कि यूपी से सबसे ज्यादा भर्ती होती है, ये तो एक दूसरा जब SVL ਦਾ ਮੁੱਦਾ ਸੀਗਾ, ਪੰਜਾਬ 'ਚ ਪੰਜਾਬ ਦੇ, ਹਰਿਆਣੇ 'ਚ ਹਰਿਆਣੇ ਦੇ, ਦਿੱਲੀ 'ਚ ਜਾ ਕੇ ਦਿੱਲੀ ਦੇ, ਜਦ ਧੂਏ ਦੀ ਗੱਲ ਆਈ ਕਹਿੰਦੇ ਕਿ ਇੱਥੇ ਦੇ ਲੋਕ, ਇੱਥੇ ਦੀਆਂ ਜੀਰੀਆਂ ਜਾਂ ਇੱਥੇ ਦੇ ਕਣਕ ਨੂੰ ਜਦ ਪਰਾਲੀ ਨੂੰ ਅੱਗ ਲੱਗਦੀ ਹੈ ਧੂਆਂ ਉੱਥੇ ਹੁੰਦਾ, ਸਾਡੀ ਤਾਂ ਪਰਾਲੀ ਚੁਗਦੀ ਹੈ, ਫਿਰ ਇੱਥੇ ਵੋਟਾਂ ਲੈਣ ਕੇ ਆਉਂਦੇ ਨੇ। ਨਾਲੇ ਮੇਰਾ ਦੂਸਰਾ ਸਵਾਲ ਸਭ ਤੋਂ ਇੰਪੋਰਟੈਂਟ, ਅਰਵਿੰਦ ਕੇਜਰੀਵਾਲ ਜੀ ਹਰਿਆਣੇ ਤੋਂ ਨਿਕਲ ਕੇ ਪੰਜਾਬ ਨੂੰ ਆਉਂਦੇ ਨੇ, ਜੰਪਾਲੋ ਪੰਜਾਬ, ਜੰਪਾਲੋ ਹਰਿਆਣੇ ਦੇ ਨੇ, ਕਦੇ ਹਰਿਆਣੇ ਛਾਂ ਦਾ ਨਾਰਾ ਮਾਰਿਆ? ਫਿਰ ਇਹ ਸਭ ਟਫਾਂਗ ਨੇ, ਪਰ ਜਨਤਾ, ਇਹ ਜਨਤਾ ਜਨਾਰਦਨ ਹੈ, ਸਭ ਜਾਣਤੀ ਹੈ। ਅੱਛਾ, ਕਹਿੰਦੇ ਦਿੱਲੀ ਦੇ ਵਿੱਚ ਅਸੀਂ ਵਿਕਾਸ ਬੜਾ ਕਰਾਇਆ, ਕਹਿੰਦੇ ਪੰਜਾਬ 'ਚ ਵੀ ਉਹੀ ਵਿਕਾਸ ਕਰਾਉਣ ਲਈ ਕਹਿੰਦੇ ਅਸੀਂ ਆਏ ਹਾਂ। ਵੀਰੇ ਦਿੱਲੀ ਵਾਲੇ ਰੋਜ਼ ਇੱਥੇ ਮੇਰੇ ਭਾਈ ਵੀਰ ਆਉਂਦੇ ਨੇ ਜਿਹੜੇ ਦੱਸਦੇ ਨੇ, ਕੱਲ ਆਂਗਨਵਾੜੀ ਦੇ ਇੱਥੇ ਮੈਨੂੰ ਤਾਂ ਪਤਾ ਲੱਗਿਆ, ਮੈਨੂੰ ਤਾਂ ਦਿੱਲੀ ਬਾਰੇ ਪਤਾ ਨਹੀਂ, ਮੈਂ ਬਹੁਤਾ ਨੈਟ ਨਹੀਂ ਦੇਖਦੀ, ਮੈਂ ਤਾਂ ਧੂਰੀ ਤੱਕ ਸੀਮਿਤ ਹਾਂ। ਉਹਨਾਂ ਨੇ ਬਹੁਤ ਇੱਥੇ ਰੌਲਾ ਪਾਇਆ ਵਿਚਾਰੀਆਂ ਨੇ ਕਿ ਸਾਡਾ ਕੁਝ ਨਹੀਂ ਕੀਤਾ। ਗੈਸਟ ਟੀਚਰਸ ਇੱਥੇ ਬਹੁਤ ਰੌਲਾ ਪਾ ਕੇ ਗਏ ਨੇ, ਸਾਡਾ ਕੁਝ ਨਹੀਂ ਕੀਤਾ। ਇੱਕ DIDDF ਦੇ ਕੋਈ 194 ਕਰਮਚਾਰੀ ਇਹਨਾਂ ਨੇ ਕੱਢ ਤੇ, ਆਹ ਵਿਕਾਸ ਆ ਵੀਰੇ। ਤੇ ਠੇਕੇ ਪਹਿਲਾਂ ਤਾਂ ਦਾਰੂ ਲੈਂਦੇ ਸੀ 24 ਸਾਲ ਦੇ, ਹੁਣ 21 ਸਾਲਾਂ ਦੇ ਬੱਚੇ ਐਲੀਜੀਬਲ ਕਰਤੇ, ਕਿ ਆਹ ਵਿਕਾਸ ਹੈ ਵੀਰੇ। ਗੋਲਡੀ ਹੁਣਾਂ ਨਾਲ ਮੈਂ ਇੰਟਰਵਿਊ ਕਰ ਰਿਹਾ ਸੀਗਾ ਹੁਣੇ, ਤਾਂ ਉਹਨਾਂ ਨਾਲ ਮੈਂ ਗੱਲ ਕੀਤੀ ਕਿ ਇੱਕ ਸਟਾਰ ਹੋਣ ਦਾ ਕੋਈ ਫੈਕਟਰ ਦਾ ਫਰਕ ਪੈਂਦਾ। ਉਹ ਕਹਿੰਦੇ ਨੇ ਕਿ 8-10 ਕਹਿੰਦੇ ਰੋਜ਼ ਕਲਾਕਾਰ ਸੜਕਾਂ ਤੇ ਫਿਰਦੇ ਨੇ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਬੱਬੂ ਮਾਨ ਹੋਣਾ ਦਾ ਕਾੜਾ ਲਵਾ ਦਿਓ, ਚਾਹੇ ਉਹਨਾਂ ਨੂੰ ਪ੍ਰਚਾਰ ਕਰਵਾ ਲਓ। ਉਹ ਕਹਿੰਦੇ ਮੇਰੀ ਘਰ ਵਾਲੀ ਕਹਿੰਦੇ ਕਾਫੀ ਹੈ, ਗੋਲਡੀ ਦੀ ਘਰ ਵਾਲੀ ਭਾਰੀ ਪਊਗੀ ਸਾਰੇ ਸਟਾਰਾਂ। ਨਹੀਂ ਵੀਰੇ, ਮੇਰੀ ਕੋਈ ਔਕਾਤ ਹੀ ਨਹੀਂ। ਜੇ ਮੇਰਾ ਜਾਂ ਗੋਲਡੀ ਦਾ ਕੋਈ ਆਧਾਰ ਹੈ ਨਾ ਵੀਰੇ, ਤਾਂ ਸਾਡੇ ਲੋਕਾਂ ਦਾ ਪਿਆਰ ਹੈ। ਪ੍ਰਿਯੰਕਾ ਗਾਂਧੀ ਜੀ ਵੇਲੇ ਇੰਨਾ ਹਜੂਮ ਮੇਰੀਆਂ ਭੈਣਾਂ ਦਾ ਆਇਆ, ਅੱਖਾਂ ਭਰ ਆਈਆਂ ਕਿ ਮੈਨੂੰ ਨਹੀਂ ਪਤਾ ਲੋਕ ਕਿਹਨੂੰ ਵੱਡਾ ਕਹਿੰਦੇ ਨੇ, ਕਿਹਨੂੰ ਛੋਟਾ ਕਹਿੰਦੇ ਨੇ, ਪਰ ਮੈਨੂੰ ਇੰਨਾ ਪਤਾ ਮਹਾਰਾਜ ਨੇ ਇੰਨਾ ਕੁ ਪਿਆਰ ਦਿੱਤਾ ਹੈ ਨਾ, ਇਹ ਲੋਕਾਂ ਨੇ ਇੰਨਾ ਕੁ ਪਿਆਰ ਦਿੱਤਾ। ਅੱਜ ਮੈਂ ਜਾਂ ਗੋਲਡੀ ਭਗਵੰਤ ਮਾਨ ਦੇ ਬਰਾਬਰੀ ਚ, ਭਗਵੰਤ ਮਾਨ ਤੋਂ ਅੱਗੇ ਆ, ਤਾਂ ਸਿਰਫ ਕਾਰਨ ਮੇਰੇ ਲੋਕ ਨੇ, ਸਿਰਫ ਕਾਰਨ ਮੇਰਾ ਪਰਿਵਾਰ ਹੈ। ਜੇ ਇਹ ਨਾ ਹੁੰਦੇ ਤਾਂ ਸਾਡੀ ਤਾਂ ਕੋਈ ਹੋਂਦ ਹੀ ਨਹੀਂ ਹੋਣੀ ਸੀ। ਤੁਸੀਂ ਲੇਟ ਹੋ, 1-2 ਸਵਾਲ ਮੈਂ ਹੋਰ ਲਵਾਂਗਾ। ਅੱਛਾ, ਜਿੱਦਾਂ ਪ੍ਰਚਾਰ ਦੇ ਵਿੱਚ ਜਾਂਦੇ ਹੋ ਤਾਂ ਗੋਲਡੀ ਦੀ ਘਰਵਾਲੀ ਦੇ ਨਾਮ ਤੋਂ ਸੰਬੋਧਨ ਹੁੰਦੇ ਹੋ, ਤੁਹਾਡੇ ਨਾਮ ਬਹੁਤ ਲੋਕ ਘੱਟ ਲੈਂਦੇ ਨੇ, ਤਾਂ ਜਦੋਂ ਜਾਂਦੇ ਹੋ ਐਂ ਹੀ ਕਹਿੰਦੇ ਨੇ ਫਿਰ ਸਾਰੇ? ਬਹੁਤ ਵੀਰੇ ਫਖਰ ਹੁੰਦਾ ਮੈਨੂੰ ਕਿ ਮੈਂ ਇੰਨੇ ਕੁ ਜੋਗੀ ਮੈਨੂੰ ਪਰਮਾਤਮਾ ਨੇ ਕੀਤਾ ਕਿ ਮੈਨੂੰ ਕਹਿੰਦੇ ਨੇ ਗੋਲਡੀ ਦੀ ਘਰਵਾਲੀ। ਬਹੁਤ ਫਖਰ ਹੁੰਦਾ ਵੀਰੇ। ਨਾਲੇ ਜਦ ਮੇਰੀ ਪਛਾਣ ਗੋਲਡੀ ਨੇ, ਗੋਲਡੀ ਦੀ ਪਛਾਣ ਮੈਂ ਆ, ਸਾਡੇ ਦੋਨਾਂ ਦੀ ਪਛਾਣ ਸਾਡਾ ਧੂਰੀ ਪਰਿਵਾਰ ਹੈ। ਅੱਛਾ, ਇਸ ਵਾਰ ਬੜੇ ਚਰਚਾ ਦੇ ਵਿੱਚ ਹੋ ਤੁਸੀਂ ਵੀ, ਸੀਟ ਵੀ ਹੋਰ ਸੀਟ ਬਣੀ ਹੋਈ ਆ। 2017 ਚ ਵੀ ਇਸੇ ਤਰੀਕੇ ਦੇ ਨਾਲ ਤੁਸੀਂ ਕਰਦੇ ਸੀਗੇ ਪ੍ਰਚਾਰ? ਕੋਈ ਵੀਰੇ 17 ਚ ਨਹੀਂ, ਡੇ 1 ਤੋਂ ਮੈਂ ਤੇ ਗੋਲਡੀ ਅਸੀਂ ਜਦ ਦੇ ਇਕੱਠੇ ਆ। ਪਹਿਲਾਂ ਅਸੀਂ ਫਾਊਂਡੇਸ਼ਨ ਚਲਾਈ ਆਪਣੀ, ਜਿਸ ਦਿਨ ਦੀ ਮੈਂ ਧੂਰੀ ਵਿਆਹੀ ਆਈ ਆ ਸਾਡੀ ਆਸ਼ੀਰਵਾਦ ਫਾਊਂਡੇਸ਼ਨ ਚੱਲ ਰਹੀ ਹੈ। ਮੇਰੇ ਕੋਲ ਏਡੀ ਮੋਟੀ ਰਜਿਸਟਰ ਹੈ, ਆਨਲਾਈਨ ਕਹਿ ਰਹੀ ਆ, ਕਿੰਨੇ ਕੁੜੀਆਂ ਦੇ ਵਿਆਹ ਕੀਤੇ, ਕਿੰਨੇ ਕੱਚੇ ਛੱਤਾਂ ਪਵਾਈਆਂ, ਘਰ ਪਵਾਏ, ਕਿੰਨੇ ਮੈਡੀਕਲ ਫੈਸਿਲਿਟੀਜ਼, ਮਤਲਬ ਜਿਵੇਂ ਕਈ ਵਾਰ ਇਲਾਜ ਕਰਨ ਲਈ ਪੈਸੇ ਨਹੀਂ ਹੁੰਦੇ ਸੀ, ਅਸੀਂ ਪੈਸੇ ਦਿੱਤੇ, ਮੈਡੀਕਲ ਦਵਾਈਆਂ ਦਿੱਤੀਆਂ, ਕਈ ਬੱਚਿਆਂ ਦੀ ਟਿਊਸ਼ਨ ਫੀਸ ਭਰੀ, ਕਈਆਂ ਦੀ ਸਕੂਲਾਂ ਕਾਲਜਾਂ ਦੀਆਂ ਫੀਸਾਂ ਭਰੀਆਂ। ਇਹ ਸਾਡੀ ਫਾਊਂਡੇਸ਼ਨ ਦਾ ਕੰਮ ਸ਼ੁਰੂ ਤੋਂ, ਜਦ ਤੋਂ ਸ਼ੁਰੂ ਕੀਤਾ 2009 ਤੋਂ ਲੈ ਕੇ ਹੁਣ ਤੱਕ। ਕਿਸੇ ਨੇ ਵੀ ਦੇਖਣਾ ਹੋਵੇ ਐਡਾ ਮੋਟਾ ਰਜਿਸਟਰ ਹੈ ਬਕਾਇਦਾ, ਜਦ ਮਰਜ਼ੀ ਚੈੱਕ ਕਰ ਲਿਓ। ਭਗਵੰਤ ਮਾਨ ਕਹਿੰਦੇ ਨੇ ਕਿ ਨੰਗੇ ਪੈਰੀ ਕਹਿੰਦੇ ਗੋਲਡੀ ਪ੍ਰਚਾਰ ਕਰ ਰਹੇ ਨੇ, ਕਹਿੰਦੇ ਨੇ ਕਿ ਅਸੀਂ ਜ਼ਮੀਨ ਤੇ ਚੱਲਣ ਲਾਤੇ, ਕਹਿੰਦੇ ਲੀਡਰ, ਕਹਿੰਦੇ ਜੇਕਰ ਵਿਕਾਸ ਕੀਤਾ ਹੁੰਦਾ ਤਾਂ ਕਹਿੰਦੇ ਨੰਗੇ ਪੈਰੀ ਨਾ ਤੁਰਨਾ ਪੈਂਦਾ। ਵੀਰੇ ਭਗਵੰਤ ਮਾਨ ਦਾ ਤੁਸੀਂ ਸਟੇਟਮੈਂਟ ਚੰਗੀ ਤਰ੍ਹਾਂ ਸੁਣਿਓ, ਕਹਿੰਦਾ ਥੋੜੇ ਵਾਲਾ ਨੰਗੇ ਪੈਰ ਤੁਰਨ ਲਾਤਾ, ਮੰਨ ਗਿਆ ਨਾ ਬਾਹਰ ਲੈ, ਤੇ ਮੇਰੇ ਵਾਲਾ ਧੂਰੀ ਵਾਲਾ ਆਪ ਹੀ ਮੰਨ ਗਿਆ ਵੀਰੇ, ਆਪ ਹੀ ਸਟੇਟਮੈਂਟ ਦੇਤੀ ਕਿ ਥੋੜੇ ਵਾਲਾ ਨੰਗੇ ਪੈਰ ਲਾਤਾ। ਨਾਲੇ ਭਗਵੰਤ ਮਾਨ ਸਿੰਘ ਜੀ, ਜੇ ਦਲਵੀਰ ਸਿੰਘ ਗੋਲਡੀ ਨੰਗੇ ਪੈਰ ਤੁਰੇ, ਕਿਉਂਕਿ ਉਹ ਆਪਣੇ ਪਰਿਵਾਰ ਨੂੰ, ਸੰਗਤ ਨੂੰ ਰੱਬ ਦਾ ਰੂਪ ਸਮਝਦੇ ਨੇ। ਆਪਾਂ ਗੁਰਦੁਆਰੇ ਵੀ ਨੰਗੇ ਪੈਰ ਜਾਂਦੇ ਆ, ਜਿੱਥੇ ਆਪਣੀ ਆਸਥਾ ਹੁੰਦੀ ਆਪੇ ਨੰਗੇ। ਅਸੀਂ ਤਾਂ ਵੀਰੇ ਦਿੱਲੀ ਵੀ ਤੁਰ ਕੇ ਗਏ ਦੋਨੋਂ ਜਾਣੇ। ਅਸੀਂ ਕਿਉਂ ਗਏ? ਗੱਡੀਆਂ ਤੇ ਵੀ ਜਾਂਦੇ, ਟਾਇਰਾਂ ਤੇ ਪੈਰਾਂ 'ਚ ਫਰਕ ਤਾਂ ਬਹੁਤ ਹੁੰਦਾ ਨਾ, ਪਰ ਇਹ ਫਰਕ ਅਸੀਂ ਕਿ ਗੋਲਡੀ ਨੇ ਉਹਨਾਂ ਜਿੱਥੇ ਜ਼ਿਆਦਾ ਆਪਣੇ ਕਿਸਾਨ ਭਾਈਚਾਰਾ ਉੱਥੇ ਬੈਠਾ ਸੀ, ਕਿਸਾਨ ਬੈਠੇ ਸੀ, ਸੰਘਰਸ਼ ਲੜ ਰਹੇ ਸੀ, ਗੋਲਡੀ ਨੇ ਇਹ ਸੋਚਿਆ ਕਿ ਨਹੀਂ, ਇਹ ਮੇਰੇ ਸਤਿਕਾਰਯੋਗ ਨੇ। ਉਹਨਾਂ ਨੇ ਬੋਲਿਆ ਵੀ, ਤੁਸੀਂ ਇੰਟਰਵਿਊ ਚੈੱਕ ਕਰਿਓ, ਕਿ ਤੀਰਥ ਸਥਾਨ ਤੋਂ ਮੇਰੇ ਲਈ ਆ ਬਾਰਡਰ ਘੱਟ ਨਹੀਂ, ਜਿੱਥੇ ਇੰਨੇ ਮੇਰੇ ਵੀਰਾਂ ਨੇ ਬੈਠ ਕੇ ਸੰਘਰਸ਼ ਲੜਿਆ। ਜੇ ਤਦ ਤੁਰ ਕੇ ਜਾ ਸਕਦੇ ਸੀਗੇ, ਤਦ ਭਗਵੰਤ ਮਾਨ ਸਿੰਘ ਜੀ ਕਿੱਥੇ ਸੀ? ਨਾਲੇ ਨੰਗੇ ਪੈਰ ਤੁਰਨ ਦਾ ਉਹਨਾਂ ਦਾ ਇੱਕੋ ਮਕਸਦ ਸੀ ਕਿ ਮੇਰਾ ਪਰਿਵਾਰ ਮੇਰੇ ਲਈ ਸੰਗਤ ਰੂਪ 'ਚ ਹੈ, ਤੇ ਉਹਨਾਂ ਨੇ ਸਤਿਕਾਰ ਆਪਣੇ ਪਰਿਵਾਰ ਨੂੰ ਦਿੱਤਾ। ਤੇ ਭਗਵੰਤ ਮਾਨ ਸਿੰਘ ਜੀ ਨੇ ਤਾਂ ਤਦ ਵੀ ਕਿਹਾ, ਕਹਿੰਦੇ ਥੋੜੇ ਵਾਲਾ ਨੰਗੇ ਪੈਰ ਤੁਰਨ ਲਾ, ਤਾਂ ਮੰਨ ਤਾਂ ਉਹ ਆਪ ਹੀ ਗਿਆ ਕਿ ਗੋਲਡੀ ਇੰਨਾ ਵਾਲਾ ਹੈ, ਆਪ ਤਾਂ ਬਾਹਰ ਲਈ ਹੈ। ਆਖਰੀ ਸਵਾਲ ਹੈ ਮੇਰਾ, ਆਮ ਆਦਮੀ ਪਾਰਟੀ ਨੇ ਸੀਐਮ ਦਾ ਉਮੀਦਵਾਰ ਬਣਾਇਆ ਭਗਵੰਤ ਮਾਨ ਹੋਣਾ ਨੂੰ, ਤੁਸੀਂ ਭਗਵੰਤ ਹੋਣਾ ਦਾ ਫਿਊਚਰ ਕੀ ਦੇਖਦੇ ਹੋ? ਬਹੁਤ ਵੱਡਾ ਜ਼ੀਰੋ। ਤੁਹਾਡੇ ਸਾਹਮਣੇ 2 ਵਾਰ ਤਾਂ ਵਿਚਾਰੇ MLA ਬਣ ਨਹੀਂ ਸਕੇ, ਤੀਜੀ ਵਾਰ ਉਹ ਹੁਣ ਹਾਰਨ ਲੱਗੇ ਨੇ, ਤੇ ਫਿਰ ਉਹਨਾਂ ਦਾ ਕੀ ਫਿਊਚਰ ਹੈ? ਨਾ ਉਹਨਾਂ ਦੀ ਪਾਰਟੀ ਦਾ ਫਿਊਚਰ ਹੈ, ਨਾ ਉਹਨਾਂ ਦਾ ਫਿਊਚਰ ਹੈ। ਉਹਨਾਂ ਨਾਲ ਤਾਂ ਉਹਨਾਂ ਦੇ ਵਾਲੀ ਗੇਮ ਲਾ ਗਏ।
ਲੱਗਦਾ ਗੇਮ ਲੱਗ ਗਈ ਭਗਵੰਤ ਮਾਨ ਦੇ ਨਾਲ। ਸਾਫ਼ ਸਪਸ਼ਟ ਹੈ, ਐਲਾਨ ਹੋਣਾ ਬਾਕੀ ਹੈ ਵੀਰੇ, ਸਪਸ਼ਟ ਹੈ। ਉਹਨਾਂ ਵਾਲਿਆਂ ਨੇ ਉਹਨਾਂ ਦੀ ਗੇਮ ਲਾਤੀ, ਉਹਨਾਂ ਨੂੰ ਪਤਾ ਸੀ ਕਿ ਕਿੰਨੀ ਟਫ ਸੀਟ ਹੈ। ਤੁਸੀਂ ਬਸ ਵੀਰੇ ਮੈਂ ਨਾ ਬਾਲੀ ਗੱਲ ਨਹੀਂ ਕਰੂੰਗੀ, ਸਿਰਫ ਇੱਕ ਚੀਜ਼ ਦੱਸਿਓ, ਜਿਹੜੇ ਬੰਦੇ ਨੇ 8 ਸਾਲਾਂ ਤੋਂ ਵੋਟਾਂ ਲੈ ਕੇ 8 ਮਿੰਟਾਂ ਲਈ ਵੀ ਬਿਨਾਂ ਵੋਟਾਂ ਤੋਂ ਉਹ ਹਲਕੇ ਚ ਨਾ ਆਇਆ ਹੋਵੇ, ਕਦੇ ਕਿਸੇ ਦੁੱਖ ਸੁੱਖ ਚ ਨਾ ਆਇਆ ਹੋਵੇ, ਕਦੇ ਕੋਈ ਰਿਬਨ ਨਾ ਕੱਟਿਆ ਡਿਵੈਲਪਮੈਂਟ ਦਾ, ਤੇ ਜੇ ਚੁਟਕਲੇ ਹੀ ਸੁਣਾਉਣੇ ਨੇ, ਸਾਡੇ ਲੋਕ ਇੰਨੇ ਕਮਲੇ ਤਾਂ ਹੈ ਨਹੀਂ, ਜੇ ਚੁਟਕਲੇ ਸੁਣਨੇ ਤਾਂ ਵੀਰੇ ਬਹੁਤ ਕੁਝ ਹੋ ਰਿਹਾ ਅੱਜ ਕੱਲ, ਨੈਟ ਤੇ ਲਾਓ ਤੇ ਚੁਟਕਲੇ ਸੁਣੀ ਚੱਲੋ। ਚੁਟਕਲਿਆਂ ਨਾਲ ਵੋਟਾਂ ਨਹੀਂ, ਵੋਟਾਂ ਪੈਂਦੀਆਂ ਨੇ ਕੰਮਾਂ ਦੇ ਆਧਾਰ ਤੇ, ਲੋਕ ਸਮਝ ਚੁੱਕੇ ਨੇ। ਕਈ ਵਾਰੀ ਚੈਲੰਜ ਕੀਤਾ ਤੁਸੀਂ ਵੀ ਕਿ ਵਿਕਾਸ ਦੇ ਕੰਮਾਂ ਨੂੰ ਲੈ ਕੇ ਡਿਬੇਟ ਕਰ ਲਓ, ਕਦੇ ਡਿਬੇਟ ਕਬੂਲੀ ਨਹੀਂ ਹੈ? ਵੀਰੇ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ, ਕਿਸੇ ਪੱਤਰਕਾਰ ਵੀਰ ਨੇ ਇਹ ਕੁਐਸਚਨ ਹੀ ਨਹੀਂ ਪੁੱਛਿਆ, ਸਾਨੂੰ ਪੁੱਛੀ ਜਾਂਦੇ ਨੇ। ਮੈਂ ਵਾਅਦਾ ਕਰਦਾ ਮੇਰੀ ਮੁਲਾਕਾਤ ਹੋਈ ਨਹੀਂ, ਜੇ ਹੋਈ ਗਈ ਤਾਂ ਮੈਂ ਤੁਹਾਡਾ ਸਵਾਲ ਜ਼ਰੂਰ ਪੁੱਛਾਂਗਾ। ਨਹੀਂ ਬਿਲਕੁਲ ਬਿਲਕੁਲ, ਉਹਨਾਂ ਨੂੰ ਜ਼ਰੂਰ ਪੁੱਛਿਓ ਕਿ ਇੰਨੀ ਵਾਰ ਉਹ ਤਾਂ ਸੋਚਦੇ ਨੇ ਮੈਂ ਬਹੁਤ ਵੱਡਾ ਬੁਲਾਰਾ। ਆਪਾਂ ਨਾ ਵੀਰੇ ਆਪਾਂ ਹਵਾ 'ਚ ਤੀਰ ਮਾਰਨੇ ਅੱਡ ਗੱਲ ਹੁੰਦੀ ਹੈ, ਜ਼ਮੀਨੀ ਹਕੀਕਤ ਤੇ ਗੱਲ ਕਾਦੇ ਬਾਰੇ ਗੱਲ ਕਰਨਗੇ? ਕਿਹਦੀ ਇਨੋਗ੍ਰੇਸ਼ਨ ਕੀਤੀ, ਧੂਰੀ 'ਚ ਕਿਹੜੀ ਡਿਵੈਲਪਮੈਂਟ ਕੀਤੀ, ਧੂਰੀ 'ਚ ਕਿੰਨੀ ਵਾਰ ਪਹੁੰਚੇ ਦੁੱਖ ਸੁੱਖ 'ਚ, ਜਦ ਉਹਨਾਂ ਕੋਲੇ ਕੋਈ ਤੱਥ ਹੀ ਨਹੀਂ ਹੈਗੇ। ਹੁਣ ਮੈਂ ਗੋਲਡੀ ਜੀ ਬਾਰੇ ਬੋਲ ਰਹੀ ਹਾਂ, ਮੈਨੂੰ ਇੱਕ ਦਿਨ ਵੀ ਥੋੜਾ ਪਊਗਾ ਗੋਲਡੀ ਜੀ ਦੇ ਕੰਮਾਂ ਵਾਸਤੇ। ਸਾਡੇ ਕੋਲੇ 8 ਅਸੀਂ ਬੁਕਲੇਟ ਬਣਾਈ 8 ਪੇਜਾਂ ਦੀ, ਜਿੱਥੇ ਅਸੀਂ ਆਪਣੇ ਕੰਮਾਂ ਨੂੰ ਸ਼ਾਰਟ ਕਰਕੇ ਲਿਖਣ ਦੀ ਕੋਸ਼ਿਸ਼ ਕੀਤੀ, ਉਹ ਵੀ ਸਾਡੀ ਪੂਰੀ ਨਹੀਂ ਪੈ ਰਹੀ। ਉਹਨਾਂ ਨੇ ਕਿਉਂ ਨਹੀਂ ਕੁਝ ਵੀ ਬਣਾਇਆ ਕਿ ਅਸੀਂ ਆਹ ਕੀਤਾ, ਦਿੱਲੀ ਮਾਡਲ, ਦਿੱਲੀ ਮਾਡਲ, ਦਿੱਲੀ ਮਾਡਲ, ਦਿੱਲੀ ਮਾਡਲ। ਸੰਗਰੂਰ ਦੇ ਐਮਪੀ ਸੀ, ਸੰਗਰੂਰ ਮਾਡਲ ਕਿਉਂ ਨਹੀਂ ਬਣਾਇਆ ਗਿਆ 8 ਸਾਲਾਂ ਤੋਂ? 8 ਸਾਲ ਛੋਟੇ ਟਾਈਮ ਹੁੰਦਾ, 8 ਸਾਲਾਂ ਤੋਂ ਉਹ ਮਾਡਲ ਕਿਉਂ ਨਹੀਂ ਬਣਾਇਆ? ਇਹਦਾ ਜਵਾਬ ਦੇਣ। ਠੀਕ ਹੈ ਮੈਮ, ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਦਲਵੀਰ ਸਿੰਘ ਗੋਲਡੀ ਹੋਣਾ ਦੇ ਵਾਈਫ ਹੈਗੇ ਨੇ, ਜਿਹੜੇ ਲਗਾਤਾਰ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਤੇ ਕਹਿ ਰਹੇ ਨੇ ਕਿ ਭਗਵੰਤ ਮਾਨ ਹੋਣਾ ਦੇ ਉੱਪਰ ਹੋ ਕੇ ਜਿਹੜੀ ਹੈ ਉਹ ਜਿੱਤ ਦਲਵੀਰ ਸਿੰਘ ਗੋਲਡੀ ਦਰਜ ਕਰਨਗੇ, ਕਿਉਂਕਿ ਦਲਵੀਰ ਗੋਲਡੀ ਹੋਣਾ ਨੇ ਕੰਮ ਕਰਵਾਏ ਨੇ ਤੇ ਕੰਮ ਦੇ ਨਾਂ ਤੇ ਲੋਕਾਂ ਤੋਂ ਵੋਟਾਂ ਲਈਆਂ ਜਾਣਗੀਆਂ। ਕੈਮਰਾਮੈਨ ਅਵੀ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਧੂਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।